सत श्री अकाल जी। मैं हाँ KS ਬਰਾੜ, ਜੁਆਇੰਟ ਡਾਇਰੈਕਟਰ ਇੰਡਸਟਰੀਜ਼ ਐਂਡ ਕਾਮਰਸ, ਡਿਪਾਰਟਮੈਂਟ ਆਫ ਇੰਡਸਟਰੀਜ਼ ਐਂਡ ਕਾਮਰਸ ਪੰਜਾਬ। ਅੱਜ ਤੁਹਾਡੇ ਨਾਲ ਕੋਵਿਡ-19 ਸੰਬੰਧੀ ਸੂਚਨਾ ਸਾਂਝੀ ਕਰਨ ਦਾ 79ਵਾਂ ਦਿਨ ਹੈ। ਵਿਸ਼ਵ ਦੇ ਕਰੋਨਾ ਪੀੜਤ ਕੇਸ 72,24,000, ਠੀਕ ਹੋਏ ਕੇਸ 35,60,000, ਮ੍ਰਿਤਕ 4,09,000। ਭਾਰਤ ਦੇ ਕਰੋਨਾ ਪੀੜਤ ਕੇਸ 2,67,600, ਠੀਕ ਹੋਏ ਕੇਸ 1,29,366, ਮ੍ਰਿਤਕ 7,480। ਪੰਜਾਬ ਦੇ ਕੋਵਿਡ-19 ਦੇ ਅੰਕੜੇ: ਕੁੱਲ ਪੋਜ਼ੀਟਿਵ 2,719, ਜੋ ਕਿ ਕੱਲ੍ਹ ਨਾਲੋਂ ਕੇਵਲ 56 ਵੱਧ ਹਨ। ਠੀਕ ਹੋਏ 2,167, ਕੁੱਲ ਮੌਤਾਂ 55, ਐਕਟਿਵ ਕੇਸਿਸ 497। ਜਿਵੇਂ ਕਿ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕੋਵਿਡ-19 ਮਹਾਮਾਰੀ ਵਜੋਂ ਲਾਕਡਾਊਨ ਹੋਣ ਕਾਰਨ ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਅਤੇ ਵਿਸ਼ਵ ਭਰ ਦੀ ਆਰਥਿਕ ਸਥਿਤੀ 'ਤੇ ਮਹੱਤਵਪੂਰਨ ਪ੍ਰਭਾਵ ਪਿਆ। ਕੋਵਿਡ-19 ਦੇ ਫੈਲਣ ਨਾਲ ਭਾਰਤ ਭਰ ਵਿੱਚ ਡਿਮਾਂਡ ਅਤੇ ਸਪਲਾਈ ਚੇਨ ਵਿੱਚ ਵਿਘਨ ਪੈਣ ਕਰਕੇ ਬਹੁਤ ਚੁਣੌਤੀਆਂ ਖੜੀਆਂ ਹੋਈਆਂ ਅਤੇ ਸਭ ਤੋਂ ਵੱਧ ਪ੍ਰਭਾਵ ਟੂਰਿਜ਼ਮ, ਹੋਟਲ ਅਤੇ ਏਵੀਏਸ਼ਨ ਸੈਕਟਰ 'ਤੇ ਪਿਆ। ਚੀਨ ਤੋਂ ਕੱਚੇ ਮਾਲ ਦੀ ਸਪਲਾਈ ਵਿੱਚ ਦੇਰੀ ਹੋਣ ਕਾਰਨ ਮੈਨੂਫੈਕਚਰਿੰਗ ਸੈਕਟਰ ਬਹੁਤ ਪ੍ਰਭਾਵਿਤ ਹੋਇਆ ਅਤੇ ਸੈਕਟਰ ਵਿੱਚ ਵਰਤੇ ਜਾਣ ਵਾਲੇ ਵਿਚਕਾਰਲੇ ਅਤੇ ਅੰਤਿਮ ਉਤਪਾਦ ਦੀ ਸਪਲਾਈ ਵੀ ਪ੍ਰਭਾਵਿਤ ਹੋਈ, ਜਿਵੇਂ ਕਿ ਆਟੋਮੋਬਾਈਲ, ਫਾਰਮਾਸਿਊਟੀਕਲਸ, ਇਲੈਕਟ੍ਰੋਨਿਕਸ ਅਤੇ ਰਸਾਇਣਿਕ ਇੰਡਸਟਰੀ। ਮਾਰਚ 2020 ਦੇ ਆਖਰੀ ਹਫ਼ਤੇ ਦੌਰਾਨ ਉਦਯੋਗਿਕ ਵਪਾਰਿਕ ਗਤੀਵਿਧੀਆਂ ਅਤੇ ਗੈਰ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਖਪਤ ਵਿੱਚ ਬਹੁਤ ਗਿਰਾਵਟ ਆਈ। ਪੰਜਾਬ ਸ਼ਹਿਦ, ਬਾਸਮਤੀ ਚਾਵਲ, ਮੀਟ ਆਦਿ, ਟੈਕਸਟਾਈਲ, ਤੌਲੀਏ, ਟੀ-ਸ਼ਰਟਾਂ ਆਦਿ, ਸਾਈਕਲ, ਲਾਈਟ ਇੰਜੀਨੀਅਰਿੰਗ ਅਤੇ ਹੋਰ ਅਜਿਹੇ ਉਤਪਾਦਾਂ ਦਾ ਪ੍ਰਮੁੱਖ ਨਿਰਯਾਤ ਕਰਨ ਵਾਲਾ ਰਾਜ ਹੈ। 8 ਅਪ੍ਰੈਲ 2020 ਅਤੇ 19 ਮਈ 2020 ਨੂੰ ਮਾਨਯੋਗ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਨੇ ਕੋਵਿਡ-19 ਸੰਕਟ ਦੌਰਾਨ ਉਦਯੋਗ ਦੀ ਸਹਾਇਤਾ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਪੰਜਾਬ ਦੇ ਉਦਯੋਗਪਤੀਆਂ ਤੇ ਐਕਸਪਰਟਸ ਨਾਲ ਵੀਡੀਓ ਕਾਨਫਰੰਸ ਕੀਤੀ ਅਤੇ ਇਸ ਬਾਰੇ ਲਾਕਡਾਊਨ ਅਤੇ ਕਰਫਿਊ ਦੇ ਵਾਧੇ ਬਾਰੇ ਵਿਚਾਰ ਵਟਾਂਦਰਾ ਅਤੇ ਸੁਝਾਅ ਲਏ ਗਏ। ਦੇਸ਼ ਨੂੰ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਜਿਵੇਂ ਕਿ ਬਾਡੀ ਕਵਰਆਲ ਅਤੇ N95 ਤੇ N99 ਮਾਸਕ ਆਦਿ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਟੈਕਸਟਾਈਲ ਉਦਯੋਗ ਨੇ ਇਹ PPE ਉਤਪਾਦ ਬਣਾ ਕੇ ਮੁੱਖ ਭੂਮਿਕਾ ਨਿਭਾਈ। ਉਦਯੋਗ ਅਤੇ ਵਣਜ ਵਿਭਾਗ ਦੇ ਸ਼੍ਰੀਮਤੀ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਜੀ ਨੇ ਟੈਕਸਟਾਈਲ ਉਦਯੋਗ ਨਾਲ ਇੱਕ ਵੀਡੀਓ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਨੇ ਆਪਣੀ ਕੋਵਿਡ-19 ਯੋਧਿਆਂ ਲਈ ਸੁਰੱਖਿਆ PPE ਕਿਟਸ ਬਣਾਉਣ ਲਈ ਪ੍ਰੋਤਸਾਹਿਤ ਕੀਤਾ। ਡਾਇਰੈਕਟਰ ਉਦਯੋਗ ਅਤੇ ਕਮਰਸ ਅਧੀਨ 6-7 ਟੈਕਸਟਾਈਲ ਉਦਯੋਗਪਤੀਆਂ ਦਾ WhatsApp ਗਰੁੱਪ ਬਣਾਇਆ ਗਿਆ, ਜਿਨ੍ਹਾਂ ਦੀ PPE ਕਿਟਸ ਬਣਾਉਣ ਦੀ ਦਿਲਚਸਪੀ ਸੀ, ਜੋ ਕਿ ਹੁਣ ਵੱਧ ਕੇ 150 ਮੈਂਬਰ ਦਾ ਗਰੁੱਪ ਬਣ ਗਿਆ ਹੈ। ਇਹ ਗਰੁੱਪ PPE ਸੰਬੰਧੀ ਤਕਨੀਕੀ ਜਾਣਕਾਰੀ ਅਤੇ ਇਸ ਨਾਲ ਸੰਬੰਧਿਤ ਕੱਚੇ ਮਾਲ ਦੀ ਸਪਲਾਈ ਆਦਿ ਕਰਨ ਬਾਰੇ ਇੱਕ ਦੂਜੇ ਦੀ ਸਹਾਇਤਾ ਅਤੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਪਲੇਟਫਾਰਮ ਬਣਿਆ ਹੈ। ਵਿਭਾਗ ਦੇ ਉਦਯੋਗਪਤੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਹਨਾਂ ਦੇ ਸੈਂਪਲ ਸਰਟੀਫਿਕੇਸ਼ਨ ਲਈ ਸਿਟਰਾ ਕੋਇੰਬਟੂਰ ਨੂੰ ਭੇਜਣ ਵਿੱਚ ਸਹਾਇਤਾ ਕੀਤੀ। ਇਸ ਵਿੱਚ ਟੈਕਸਟਾਈਲ ਮੰਤਰਾਲੇ, ਭਾਰਤ ਸਰਕਾਰ ਦੀ ਸਹਾਇਤਾ ਲਈ ਗਈ। ਹਾਲਾਂਕਿ ਇਹ ਇੱਕ ਮੁਸ਼ਕਿਲ ਕੰਮ ਸੀ, ਕਿਉਂਕਿ ਦੇਸ਼ ਵਿੱਚ ਪੂਰੀ ਤਰ੍ਹਾਂ ਲਾਕਡਾਊਨ ਸੀ ਅਤੇ ਰਾਜ ਵਿੱਚ ਕਰਫਿਊ ਸੀ। ਤਮਿਲਨਾਡੂ ਤੋਂ ਬਾਅਦ
ਪੰਜਾਬ ਹੁਣ ਪੀਪੀਈ ਕਿੱਟਾਂ ਦੇ ਉਤਪਾਦਨ ਲਈ ਦੇਸ਼ ਵਿੱਚ ਦੂਜੇ ਨੰਬਰ ਤੇ ਹੈ। ਸਿਟਰਾ ਅਤੇ DRDO ਵੱਲੋਂ 121 ਇਕਾਈਆਂ PPE ਕਵਰਆਲ ਬਣਾਉਣ ਲਈ ਸਰਟੀਫਾਈਡ ਹਨ ਅਤੇ 4 ਇਕਾਈਆਂ N95 N99 ਮਾਸਕ ਬਣਾਉਣ ਲਈ DRDO ਵੱਲੋਂ ਸਰਟੀਫਾਈਡ ਹਨ। 50 ਇਕਾਈਆਂ ਨੂੰ ਮਿਤੀ 20 ਮਈ 2020 ਤੱਕ HLL ਤੋਂ 302.41 ਕਰੋੜ ਰੁਪਏ ਤੇ ਆਰਡਰ ਮਿਲੇ। ਹੁਣ ਵਿਭਾਗ ਵੱਲੋਂ PPE ਕਿੱਟਾਂ ਦੀ ਬਾਜ਼ਾਰ ਵਿੱਚ ਘੱਟ ਮੰਗ ਹੋਣ ਕਾਰਨ ਐਕਸਪੋਰਟ ਦਾ ਮੁੱਦਾ ਭਾਰਤ ਸਰਕਾਰ ਨਾਲ ਚੁੱਕਿਆ ਗਿਆ। ਜਿਵੇਂ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਉਦਯੋਗਾਂ ਨੂੰ ਚਲਾਉਣ ਦੀ ਆਗਿਆ ਦਿੱਤੀ, ਉਦਯੋਗ ਵਿਭਾਗ ਐਕਸ਼ਨ ਵਿੱਚ ਆਇਆ। ਉਦਯੋਗ ਨੂੰ ਚਲਾਉਣ ਲਈ ਆਨਲਾਈਨ ਪ੍ਰਵਾਨਗੀ ਦੀ ਪ੍ਰਣਾਲੀ ਤਿਆਰ ਕੀਤੀ ਗਈ ਅਤੇ ਜ਼ਿਲ੍ਹਾ ਉਦਯੋਗਾਂ ਕੇਂਦਰਾਂ ਦੇ ਜਨਰਲ ਮੈਨੇਜਰਸ ਨੂੰ 24/7 ਸਹਾਇਤਾ ਦੇਣ ਦੇ ਅਧਿਕਾਰ ਦਿੱਤੇ ਗਏ। ਲਾਕਡਾਊਨ ਦੌਰਾਨ ਮਿਤੀ 5 ਅਪ੍ਰੈਲ 2020 ਤੱਕ ਜਨਰਲ ਮੈਨੇਜਰ ਵੱਲੋਂ 943 ਜ਼ਰੂਰੀ ਸੇਵਾਵਾਂ ਸੰਬੰਧੀ ਉਦਯੋਗਿਕ ਯੂਨਿਟਾਂ ਨੂੰ ਸ਼ੁਰੂ ਕਰਵਾਇਆ ਗਿਆ ਅਤੇ ਜਿਵੇਂ ਹੀ ਪਾਬੰਦੀਆਂ ਉਠਾਈਆਂ ਗਈਆਂ, 90% ਉਦਯੋਗਾਂ ਨੂੰ ਖੋਲ੍ਹ ਦਿੱਤਾ ਗਿਆ ਅਤੇ ਇਸ ਵਿੱਚ 15.35 ਲੱਖ ਲੇਬਰ ਕੰਮ ਕਰ ਰਹੀ ਹੈ। ਉਦਯੋਗ ਵਿਭਾਗ ਵੱਲੋਂ ਵੱਖ-ਵੱਖ ਉਦਯੋਗਾਂ ਵੱਲੋਂ ਉਠਾਈਆਂ ਗਈਆਂ ਮੰਗਾਂ ਭਾਰਤ ਸਰਕਾਰ ਸਾਹਮਣੇ ਰੱਖੀਆਂ ਗਈਆਂ, ਜਿਹੜੀਆਂ ਕਿ ਉਹਨਾਂ ਵੱਲੋਂ ਵਿਚਾਰਦੇ ਹੋਏ ਆਰਥਿਕ ਪੈਕੇਜ ਵਿੱਚ ਸ਼ਾਮਲ ਕੀਤੀਆਂ ਗਈਆਂ। ਪੰਜਾਬ ਸਰਕਾਰ ਵੱਲੋਂ COVID-19 ਮਹਾਮਾਰੀ ਨਾਲ ਨਜਿੱਠਣ ਲਈ ਇੱਕ ਟਾਸਕ ਫੋਰਸ ਗਠਿਤ ਕੀਤੀ ਗਈ, ਜੋ ਕਿ ਪਬਲਿਕ ਪਾਲਿਸੀ ਦੀਆਂ ਚੁਣੌਤੀਆਂ ਨੂੰ ਵਿਚਾਰਦੇ ਹੋਏ ਲਾਕਡਾਊਨ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਤੇ ਬਾਹਰ ਨਿਕਲਣ ਲਈ ਆਪਣੇ ਸੁਝਾਅ ਦੇਵੇਗੀ ਅਤੇ ਇਸ ਅਨੁਸਾਰ ਲਾਕਡਾਊਨ ਨਿਕਾਸ ਰਣਨੀਤੀ ਤਿਆਰ ਕਰੇਗੀ। ਗਰੁੱਪ ਆਫ ਐਕਸਪਰਟਸ। ਪੰਜਾਬ ਸਰਕਾਰ ਵੱਲੋਂ ਇੱਕ 20 ਮੈਂਬਰੀ ਕਮੇਟੀ ਗਠਿਤ ਕੀਤੀ ਗਈ, ਜਿਸ ਦੇ ਪ੍ਰਧਾਨ ਸ਼੍ਰੀ ਮੌਂਟੇਕ ਸਿੰਘ ਆਹਲੂਵਾਲੀਆ, ਪੂਰਬਲੇ ਡਿਪਟੀ ਚੇਅਰਮੈਨ ਪਲੈਨਿੰਗ ਕਮਿਸ਼ਨ ਹਨ, ਜੋ ਕਿ ਰਾਜ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਤਾ ਕਰਨ ਦੀ ਰਣਨੀਤੀ ਤਿਆਰ ਕਰਨਗੇ। ਇਸ ਸੰਬੰਧੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਮਨਮੋਹਨ ਸਿੰਘ ਜੀ ਵੀ ਅਸਿਸਟ ਕਰਨਗੇ। ਉਦਯੋਗ ਦੀ ਸਹਾਇਤਾ ਲਈ ਲਾਈਨ ਵਿਭਾਗਾਂ ਵੱਲੋਂ ਕੀਤੇ ਗਏ ਕੁਝ ਉਪਰਾਲੇ ਹੇਠ ਅਨੁਸਾਰ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ PPCB ਦੀ ਵੈਬਸਾਈਟ ਅਧੀਨ CTE CTO ਦੀ ਵੈਲਿਡਿਟੀ ਵਧਾਉਣਾ, ਆਥੋਰਾਈਜੇਸ਼ਨ, ਰਜਿਸਟ੍ਰੇਸ਼ਨ ਅਤੇ ਹੋਰ ਲਾਜ਼ਮੀ ਰੈਗੂਲੇਟਰੀ ਕਲੀਅਰੈਂਸਸ ਦੀ ਮਿਆਦ ਵਿੱਚ 30 ਜੂਨ 2020 ਤੱਕ ਵਾਧਾ। ਡਾਇਰੈਕਟੋਰੇਟ ਆਫ ਬੋਇਲਰਸ ਐਕਟ ਅਧੀਨ ਪ੍ਰਮਾਣਿਤ ਮੈਨੂਫੈਕਚਰਰਜ਼ ਨੂੰ ਦਿੱਤੀ ਗਈ ਮਨਜ਼ੂਰੀ, ਜੋ ਕਿ 15 ਮਾਰਚ 2020 ਤੱਕ ਜਾਂ ਉਸ ਤੋਂ ਬਾਅਦ ਖਤਮ ਹੋਣੀ ਸੀ, ਦਾ 30 ਜੂਨ 2020 ਤੱਕ ਵਾਧਾ ਕੀਤਾ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਾਕਡਾਊਨ ਦੌਰਾਨ 24/7 ਬਿਨਾਂ ਕਿਸੇ ਕਟੌਤੀ ਤੋਂ ਬਿਜਲੀ ਸਪਲਾਈ, ਬਿਜਲੀ ਦੇ ਬਿੱਲਾਂ ਦੀ ਐਡਵਾਂਸ ਅਦਾਇਗੀ ਤੇ ਪ੍ਰਤੀ ਮਹੀਨਾ 1% ਵਿਆਜ, ਖਪਤਕਾਰਾਂ ਨੂੰ ਲਗਭਗ 12% ਪ੍ਰਤੀ ਸਾਲ ਵਿਆਜ ਕਮਾਉਣ ਦੇ ਯੋਗ ਕੀਤਾ, ਭਾਵ ਫਿਕਸਡ ਡਿਪਾਜ਼ਿਟ ਤੇ ਵਿਆਜ ਦੀ ਦਰ ਨਾਲੋਂ ਦੁੱਗਣੀ। ਮੀਡੀਅਮ ਅਤੇ ਲਾਰਜ ਸਪਲਾਈ ਉਦਯੋਗਿਕ ਖਪਤਕਾਰਾਂ ਨੂੰ ਲਾਕਡਾਊਨ ਤੋਂ 2 ਮਹੀਨਿਆਂ ਲਈ ਫਿਕਸਡ ਚਾਰਜਸ ਤੋਂ ਛੋਟ। ਮੌਜੂਦਾ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ਤੇ ਕੋਈ ਕਨੈਕਸ਼ਨ ਨਹੀਂ ਕੱਟਿਆ ਜਾਵੇਗਾ। ਸਮਾਲ ਪਾਵਰ ਉਦਯੋਗਿਕ ਖਪਤਕਾਰਾਂ ਨੂੰ PSPCL ਦੀ ਵੈਬਸਾਈਟ ਤੇ ਉਹਨਾਂ ਦੀਆਂ ਰੀਡਿੰਗਸ ਲੋਡ ਕਰਨ ਲਈ ਮੀਟਰ ਰੀਡਿੰਗ ਔਨ ਟਰਸਟ ਦੀ ਸਹੂਲਤ। ਕਿਰਤ ਵਿਭਾਗ ਦਿਨ ਵਿੱਚ ਕੰਮ ਕਰਦੇ 9 ਘੰਟਿਆਂ ਵਿੱਚ ਵਾਧਾ ਕਰਕੇ 12 ਘੰਟੇ ਕੀਤੇ ਗਏ, ਮੈਕਸਿਮਮ 8 ਘੰਟੇ ਅਤੇ 4 ਘੰਟੇ ਓਵਰਟਾਈਮ। ਪੰਜਾਬ BOCW ਵੈਲਫੇਅਰ ਬੋਰਡ ਰਾਹੀਂ ਰਜਿਸਟਰਡ
2.86 ਲੱਖ ਉਸਾਰੀ ਕਾਮਿਆਂ ਵਜੋਂ ਲਾਭਪਾਤਰੀਆਂ ਨੂੰ 2 ਮਹੀਨਿਆਂ ਯਾਨੀ ਕਿ ਮਾਰਚ ਅਤੇ ਅਪ੍ਰੈਲ ਲਈ 3000 ਰੁਪਏ ਪ੍ਰਤੀ ਮਹੀਨਾ ਦਿੱਤੇ ਗਏ। ਇੱਟ ਭੱਠਿਆਂ ਦੇ ਉਦਯੋਗਾਂ ਨੂੰ ਤੇ ਉੱਥੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ, ਚਾਹੇ ਉਹ ਕੰਮ ਕਰਦੇ ਹਨ ਜਾਂ ਨਹੀਂ, ਨੂੰ ਰਾਸ਼ਨ ਅਤੇ ਤਨਖਾਹ ਦੇਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ। ਸ਼ੁਕਰੀਆ।